ਇਹ ਹਨ ਕਿ ਆਨੰਦ ਵਾਸਤਵ ਦੇ ਵਿੱਚ ਕੀ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ, ਆਨੰਦ ਸੁਣੋ ਵਡਭਾਗੀ ਹੋ। ਇੱਥੇ ਥੋੜਾ ਜਿਹਾ ਰੁਕ ਜਾਣਾ ਹੈ ਆਨੰਦ ਤੇ ਇਸ ਦਾ ਉਚਾਰਨ ਆਨੰਦ ਹੋਏਗਾ, ਅਨੰਦ ਨਹੀਂ, ਆਨੰਦ। ਜਿਵੇਂ ਕਿ ਅਸੀਂ ਸ਼ੁਰੂ ਦੇ ਵਿੱਚ ਪੜਿਆ ਹੈ, ਰਾਮਕਲੀ ਮਹਿਲਾ ਤੀਜਾ ਆਨੰਦ, ਫਿਰ ਸ਼ੁਰੂ ਹੁੰਦਾ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤਾਂ ਇੱਥੇ ਆਨੰਦ ਸ਼ਬਦ ਦਾ ਉਚਾਰਨ ਹੋਏਗਾ ਆਨੰਦ। ਆਨੰਦ ਤੇ ਥੋੜਾ ਜਿਹਾ ਵਿਸ਼ਰਾਮ ਲਗਾਣਾ ਹੈ। ਆਨੰਦ ਸੁਣੋ ਵਡਭਾਗੀ, ਆਨੰਦ ਸੁਣੋ ਇਕੱਠਾ ਨਹੀਂ ਪੜਨਾ, ਇਹ ਧਿਆਨ ਰੱਖਣਾ ਹੈ। ਆਨੰਦ ਤੇ ਰੁਕਣਾ ਹੈ। ਆਨੰਦ ਸੁਣੋ ਵਡਭਾਗੀ ਹੋ। ਸੁਣੋ ਵਡਭਾਗੀ ਹੋ ਦਾ ਮਤਲਬ ਕਿ ਹੇ ਵੱਡੇ ਭਾਗਾਂ ਵਾਲਿਓ ਸਰਵਣ ਕਰੋ। ਆਨੰਦ ਕੀ ਹੈ? ਆਨੰਦ ਵਾਸਤਵ ਵਿੱਚ ਕੀ ਹੈ? ਸਰਵਣ ਕਰੋ। ਸਗਲ ਮਨੋਰਥ ਪੂਰੇ। ਆਨੰਦ ਮਨੁੱਖੀ ਮਨ ਦੀ ਉਸ ਅਵਸਥਾ ਦਾ ਨਾਮ ਹੈ ਜਿੱਥੇ ਜਾ ਕੇ ਇਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ। ਸਾਰੇ ਮਨੋਰਥ ਪੂਰੇ ਹੋਣ ਦਾ ਮਤਲਬ ਕਿ ਇਹਦੀ ਜਿੰਨੀ ਵੀ ਭੱਜ ਦੌੜ ਹੈ ਉਹ ਮੁੱਕ ਜਾਂਦੀ ਹੈ। ਇਹ ਚੀਜ਼ ਬਹੁਤ ਪਿਆਰ ਨਾਲ ਸਮਝਣ ਵਾਲੀ ਹੈ। ਇਹਦਾ ਮਤਲਬ ਇਹ ਨਹੀਂ ਕਿ ਉਸ ਆਨੰਦ ਵਾਲੇ ਬੰਦੇ ਨੇ ਜੋ ਮੰਗਿਆ ਹੁੰਦਾ ਉਹਨੂੰ ਮਿਲ ਜਾਂਦਾ, ਕਾਰਾਂ ਮਿਲ ਗਈਆਂ, ਕੋਠੀਆਂ ਮਿਲ ਗਈਆਂ। ਯਾਦ ਰੱਖਣਾ, ਇਹ ਚੀਜ਼ਾਂ ਬਹੁਤ ਸਾਰੇ ਲੋਕਾਂ ਦੇ ਕੋਲ ਮੌਜੂਦ ਨੇ, ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਕਿ ਖੁਸ਼ੀ ਹੋਵੇ। ਬਹੁਤ ਸਾਰੇ ਐਸੇ ਲੋਕ ਆਪ ਨੂੰ ਇਸ ਦੁਨੀਆ ਵਿੱਚ ਮਿਲ ਜਾਣਗੇ ਜਿਨ੍ਹਾਂ ਦਾ ਰਾਜਨੀਤਿਕ ਕੱਦ ਬੜਾ ਲੰਬਾ ਹੈ, ਜਿਨ੍ਹਾਂ ਦੀ ਆਰਥਿਕ ਪੋਜੀਸ਼ਨ ਬਹੁਤ ਮਜ਼ਬੂਤ ਹੈ, ਜਿਨ੍ਹਾਂ ਦਾ ਸਮਾਜਿਕ ਖਲਾਰਾ ਬੜਾ ਹੈ, ਪਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਵੀ ਖੁਸ਼ੀ ਨਹੀਂ। ਵੱਡੇ ਵੱਡੇ ਜੋ ਦਿਸੈ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ। ਇਹਦਾ ਮਤਲਬ ਜਿਹੜੀ ਖੁਸ਼ੀ ਹੈ ਉਹ ਕੋਈ ਹੋਰ ਚੀਜ਼ ਹੈ। ਤਾਂ ਗੁਰੂ ਜੀ ਕਹਿੰਦੇ ਨੇ ਖੁਸ਼ੀ ਜਦੋਂ ਆਨੰਦ ਪੈਦਾ ਹੁੰਦਾ ਹੈ, ਖੁਸ਼ੀ ਬੰਦੇ ਦੇ ਅੰਦਰ ਪੈਦਾ ਹੁੰਦੀ ਹੈ। ਜਿਹੜੇ ਅਸੀਂ ਗੁਣ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵਿਚਾਰੇ ਨੇ, ਤਾਂ ਉਹ ਇੱਕ ਐਸੀ ਸਟੇਜ ਹੈ, ਸਗਲ ਮਨੋਰਥ ਪੂਰੇ, ਉੱਥੇ ਬੰਦੇ ਦੀ ਭੱਜ ਦੌੜ ਮੁੱਕ ਜਾਂਦੀ ਸਾਰੀ। ਮਨੋਰਥ ਪੂਰੇ ਹੋਣ ਦਾ ਮਤਲਬ ਜਿਹੜੀਆਂ ਉਹਦੀਆਂ ਆਸਾਵਾਂ ਤ੍ਰਿਸ਼ਨਾਵਾਂ ਨੇ ਮੁੱਕ ਜਾਂਦੀਆਂ ਨੇ। ਪੂਰੇ ਹੋਣ ਦਾ ਮਤਲਬ ਮੁੱਕ ਜਾਣਾ। ਜਿਵੇਂ ਅਸੀਂ ਆਮ ਕਹਿੰਦੇ ਆ ਨਾ ਕਿ ਸਾਡਾ ਬਾਪੂ ਪੂਰਾ ਹੋ ਗਿਆ ਹੈ, ਤਾਂ ਪੂਰੇ ਹੋਣ ਦਾ ਮਤਲਬ ਇਹ ਨਹੀਂ ਕਿ ਬਾਪੂ ਜੀ ਇੰਜੀਨੀਅਰ ਬਣ ਗਏ ਨੇ ਤੇ ਕੱਲ ਤੋਂ ਹੁਣ ਉਹ ਪੁਲਾਂ ਦੇ ਠੇਕੇ ਲੈਣਗੇ। ਬਾਪੂ ਪੂਰਾ ਹੋ ਗਿਆ ਦਾ ਮਤਲਬ ਇਹ ਨਹੀਂ ਕਿ ਬਾਪੂ ਡਾਕਟਰ ਬਣ ਗਿਆ, ਹੁਣ ਕੱਲ ਤੋਂ ਹਸਪੀਟਲ ਖੋਲ ਕੇ ਬਾਪੂ ਜੀ ਆਪਰੇਸ਼ਨ ਸ਼ੁਰੂ ਕਰਨਗੇ। ਪੂਰੇ ਹੋਣ ਦਾ ਮਤਲਬ ਕਿ ਖਤਮ ਹੋ ਗਏ, ਮਰ ਗਏ, ਮੁੱਕ ਗਏ। ਅੱਜ 1 ਮਹੀਨਾ ਪੂਰਾ ਹੋ ਗਿਆ, ਮੀਨਸ ਕਿ 1 ਮਹੀਨਾ ਖਤਮ ਹੋ ਗਿਆ। ਅੱਜ ਸਾਡੇ ਮਕਾਨ ਦਾ ਕੰਮ ਪੂਰਾ ਹੋ ਗਿਆ, ਮਤਲਬ ਕੰਮ ਮੁੱਕ ਗਿਆ। ਸਗਲ ਮਨੋਰਥ ਪੂਰੇ ਦਾ ਮਤਲਬ ਸਾਰੀ ਭੱਜ ਦੌੜ ਮੁੱਕ ਗਈ, ਆਸਾਵਾਂ ਤ੍ਰਿਸ਼ਨਾਵਾਂ ਮੁੱਕ ਗਈਆਂ। ਥੋੜਾ ਜਿਹਾ ਇਸ ਚੀਜ਼ ਨੂੰ ਸਮਝਣਾ ਹੈ। ਜਿਵੇਂ ਪਹਿਲਾਂ ਵੀ ਅਸੀਂ ਵਿਚਾਰ ਕੀਤੀ ਕਿ ਕੱਪੜਾ ਪਾਣਾ ਮੇਰੀ ਆਸਾ ਨਹੀਂ ਹੈ, ਤ੍ਰਿਸ਼ਨਾ ਨਹੀਂ ਹੈ, ਇਹ ਮੇਰੀ ਜ਼ਰੂਰਤ ਹੈ। ਤੁਹਾਡੀ ਜ਼ਰੂਰਤ ਹੈ ਕੱਪੜਾ ਪਾਣਾ ਗਰਮੀ ਸਰਦੀ ਤੋਂ ਬਚਣ ਲਈ, ਜਾਂ ਸਰੀਰ ਨੂੰ ਢੱਕਣ ਲਈ ਮਨੁੱਖ ਦੀ ਲੋੜ ਹੈ। ਪਰ 1.5 ਕਰੋੜ ਦਾ ਸੂਟ ਪਾਣਾ ਇਹ ਲੋੜ ਨਹੀਂ, ਇਹ ਤ੍ਰਿਸ਼ਨਾ ਕਹਿ ਲਓ ਜਾਂ ਕੁਛ ਜੋ ਵੀ। ਰੋਟੀ ਖਾਣਾ, ਦਾਲ ਸਬਜ਼ੀ, ਮੌਸਮੀ ਸਬਜ਼ੀਆਂ, ਮੌਸਮੀ ਫਲ, ਦੁੱਧ, ਦਹੀਂ, ਘਿਓ, ਮੱਖਣ ਵਗੈਰਾ, ਇਹ ਮਨੁੱਖ ਦੀ ਜ਼ਰੂਰਤ ਹੈ। ਖਾਣਾ ਖਾਣਾ, ਸੰਤੁਲਿਤ ਆਹਾਰ ਖਾਣਾ, ਤੰਦਰੁਸਤ ਰਹਿਣ ਲਈ ਖੁਰਾਕ ਖਾਣੀ, ਇਹ ਮਨੁੱਖ ਦੀ ਜ਼ਰੂਰਤ ਹੈ। ਪਰ 5 ਸਟਾਰ ਹੋਟਲਾਂ ਵਿੱਚ ਜਾਣਾ, ਐਸੇ ਹੋਟਲ ਵਿੱਚ ਸਟੇ ਕਰਨੀ ਜਿੱਥੇ 15-16 ਲੱਖ ਰੁਪਏ ਇੱਕ ਰਾਤ ਦਾ ਖਰਚਾ ਹੈ, ਤਾਂ ਉਹ ਸਾਡੀ ਲੋੜ ਨਹੀਂ ਹੈ। ਸਾਡੀ ਆਸਾ ਕਹਿ ਲਓ ਜਾਂ ਜੋ ਵੀ ਕਿਸੇ ਨੇ ਸੋਚਣਾ। ਜਿਵੇਂ ਵੀ ਮਕਾਨ 2 ਬੈਡਰੂਮ ਦਾ ਘਰ, 3, 4, 5 ਬੈਡਰੂਮ ਦਾ ਘਰ ਪਰਿਵਾਰ ਦੇ ਹਿਸਾਬ ਨਾਲ ਸਾਡੀ ਹਰ ਬੰਦੇ ਦੀ ਜ਼ਰੂਰਤ ਹੈ। ਲੇਕਿਨ 26 ਮੰਜ਼ਲੀ ਕੋਠੀ ਬਣਾ ਕੇ ਉਹਦੇ ਵਿੱਚ ਰਹਿਣਾ ਉਹ ਜ਼ਰੂਰਤ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇੱਥੇ ਬੰਦੇ ਦਾ ਜਿਹੜਾ ਅਸੰਤੋਸ਼ ਸੀ, ਜੋ ਤ੍ਰਿਸ਼ਨਾਵਾਂ ਸਨ, ਜੋ ਵਿਕਾਰ ਸਨ, ਉਹ ਖਤਮ ਹੋ ਜਾਂਦੇ ਨੇ, ਭੱਜ ਦੌੜ ਖਤਮ ਹੋ ਜਾਂਦੀ ਹੈ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਆਨੰਦ ਕੀ ਹੈ? ਭੱਜ ਦੌੜ ਮੁੱਕ ਜਾਂਦੀ ਹੈ। ਪਾਰ ਬ੍ਰਹਮ ਪ੍ਰਭ ਪਾਇਆ, ਉਹ ਪ੍ਰਭੂ ਨੂੰ ਪਾ ਲੈਂਦਾ, ਰੱਬ ਦੇ ਵਿੱਚ ਲੀਨ ਹੋ ਜਾਂਦਾ, ਰੱਬ ਦਾ ਰੂਪ ਹੋ ਜਾਂਦਾ, ਉਹਦੀ ਸੁਰਤ
ਰੱਬੀ ਗੁਣਾਂ ਦੇ ਵਿੱਚ ਜੁੜ ਜਾਂਦੀ ਹੈ। ਔਰ ਉਤਰੇ ਸਗਲ ਵਿਸੂਰੇ ਦਾ ਮਤਲਬ ਹੈਗਾ ਕਿ ਉਹਦੀ ਜ਼ਿੰਦਗੀ ਦੇ ਅੰਦਰੋਂ ਜਿੰਨੇ ਵੀ ਆ ਝੋਰੇ ਨੇ ਨਾ, ਦੁੱਖ ਨੇ, ਉਹ ਮੁੱਕ ਜਾਂਦੇ ਨੇ। ਉਹਦੀ ਜ਼ਿੰਦਗੀ ਵਿੱਚ ਹੁਣ ਕੋਈ ਪਛਤਾਵਾ ਨਹੀਂ, ਉਹਦੇ ਜੀਵਨ ਦੇ ਵਿੱਚ ਕੋਈ ਦੁੱਖ ਨਹੀਂ, ਕਲੇਸ਼ ਨਹੀਂ, ਕਿਉਂਕਿ ਹੁਣ ਸੁਰਤ ਰੱਬ ਵਿੱਚ ਮਿਲ ਗਈ, ਮਾਨਸਿਕਤਾ ਬੜੀ ਵਿਸ਼ਾਲ ਹੋ ਗਈ, ਸੋਚ ਦੇ ਅੰਦਰ ਸਿਰਫ ਹੁਣ ਗੁਣ ਹੀ ਗੁਣ ਨੇ। ਇੱਕ ਬੂੰਦ ਸਾਗਰ ਵਿੱਚ ਮਿਲ ਕੇ ਸਾਗਰ ਹੋ ਗਈ ਤਾਂ ਉਹਦੀ ਸਾਰੀ ਭੱਜ ਦੌੜ ਖਤਮ ਹੈ, ਉਹਦੇ ਝੋਰੇ ਚਿੰਤੇ ਖਤਮ ਨੇ, ਚਿੰਤਾਵਾਂ। ਰੱਬ ਦੇ ਅੰਦਰ ਅਭੇਦ ਹੋ ਗਿਆ, ਰੱਬੀ ਗੁਣਾਂ ਦੇ ਅੰਦਰ ਸੁਰਤ ਮਿਲ ਗਈ, ਸਾਰੇ ਉਹਦੇ ਵਿਸੂਰੇ, ਵਿਸੂਰੇ ਦਾ ਮਤਲਬ ਝੋਰੇ, ਦੁੱਖ, ਕਲੇਸ਼, ਚਿੰਤਾਵਾਂ, ਸੰਤਾਪ, ਇਹ ਸਾਰੇ ਉਤਰ ਗਏ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਆਨੰਦ ਉਸ ਸਟੇਜ ਦਾ ਨਾਮ ਹੈ, ਆਨੰਦ ਉਸ ਸਟੇਜ ਦਾ ਨਾਮ ਹੈ ਜਿੱਥੇ ਗੁਰੂਦੇਵ ਪਾਤਸ਼ਾਹ ਸਾਨੂੰ ਇਹ ਚੀਜ਼ਾਂ ਸਮਝਾ ਰਹੇ ਨੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਕਿਉਂਕਿ ਜਿਸਨੇ ਵੀ ਸੱਚੀ ਬਾਣੀ ਸਰਵਣ ਕੀਤੀ, ਪ੍ਰਭੂ ਦੀ ਸਿਫਤ ਸਲਾਹ ਸਰਵਣ ਕੀਤੀ, ਰੱਬ ਦੇ ਹੁਕਮ ਦੀ ਗੱਲ ਸੁਣੀ, ਰੱਬ ਦੀ ਸਿਫਤ ਸਲਾਹ ਸੁਣੀ, ਔਰ ਸੁਣ ਕੇ ਉਸ ਚੀਜ਼ ਨੂੰ ਆਪਣੇ ਮਨ ਵਿੱਚ ਵਸਾ ਲਿਆ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਇਹ ਚੀਜ਼ਾਂ ਅਸੀਂ ਜਪਜੀ ਸਾਹਿਬ ਵਿੱਚ ਵਿਚਾਰ ਰਹੇ ਹਾਂ। ਜਿਸਨੇ ਗੁਰੂ ਦੀ ਸਿੱਖਿਆ ਸੁਣੀ, ਉਹਨੂੰ ਸਮਝ ਆ ਗਈ, ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਧਰਤ ਧਵਲ ਆਕਾਸ਼। ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਉਹਨੂੰ ਸਿੱਧ ਪੀਰਾਂ ਦੀ ਅਸਲੀਅਤ ਦਾ ਗਿਆਨ ਹੋ ਗਿਆ, ਦੇਵੀਆਂ ਦੇਵਤਿਆਂ ਦੀ ਅਸਲੀਅਤ ਦਾ ਗਿਆਨ ਹੋ ਗਿਆ, ਵੇਦ ਸ਼ਾਸਤਰ ਲਿਖਣ ਵਾਲਿਆਂ ਦੀ ਮੈਂਟੈਲਿਟੀ, ਮਾਨਸਿਕਤਾ ਕੀ ਸੀ, ਉਹਦਾ ਗਿਆਨ ਹੋ ਗਿਆ। ਹੁਣ ਗੁਰੂ ਦੀ ਜਦੋਂ ਸਿੱਧ ਸਲਾਹ ਦੀ ਬਾਣੀ ਸੁਣੀ, ਰੱਬ ਦੀ, ਰੱਬ ਦੇ ਹੁਕਮ ਬਾਰੇ ਸੁਣਿਆ, ਤੇ ਰੱਬ ਦੇ ਹੁਕਮ ਬਾਰੇ ਸਮਝ ਆਈ, ਤੇ ਉਸ ਸਿਸਟਮ ਨੂੰ ਸਮਝ ਕੇ ਉਹਦੇ ਮੁਤਾਬਕ ਜਿਸ ਨੇ ਜ਼ਿੰਦਗੀ ਜੀਵੀ, ਉਹਦੇ ਦੁੱਖ ਰੋਗ ਸੰਤਾਪ ਉਤਰ ਗਏ, ਉਹਦੇ ਅੰਦਰ ਦੁੱਖ ਸੰਤਾਪ ਉਤਰ ਗਏ। ਫਿਰ ਉਹਨੂੰ ਕੋਈ ਦੁੱਖ ਨਹੀਂ ਹੈ, ਕਿਉਂਕਿ ਦੁੱਖ ਹੋਣੇ ਨੇ ਵਿਕਾਰਾਂ ਕਰਕੇ, ਚਿੰਤਾਵਾਂ ਹੋਣੀਆਂ ਨੇ ਸਾਡੀਆਂ ਵਧੀਆਂ ਹੋਈਆਂ ਆਸਾਵਾਂ ਔਰ ਤ੍ਰਿਸ਼ਨਾਵਾਂ ਕਰਕੇ, ਦੁੱਖ ਸਾਡੇ ਨੇ ਪਾਪਾਂ ਕਰਕੇ, ਵਿਕਾਰਾਂ ਕਰਕੇ, ਅਪਰਾਧਾਂ ਕਰਕੇ, ਈਰਖਾ ਕਰਕੇ, ਹੰਕਾਰ ਕਰਕੇ, ਤੇ ਇਹ ਵਿਕਾਰ ਹੀ ਨਹੀਂ ਰਹੇ, ਰੋਗ ਹੀ ਨਹੀਂ ਹੁਣ ਕੋਈ ਰਿਹਾ, ਨਾ ਕਾਮ ਦਾ ਰੋਗ, ਨਾ ਕ੍ਰੋਧ ਦਾ ਰੋਗ, ਨਾ ਲੋਭ ਦਾ, ਨਾ ਮੋਹ ਦਾ, ਕੋਈ ਰੋਗ ਉਤਰ ਗਏ। ਜਿੰਨੇ ਵੀ ਸੱਚੀ ਸਿੱਖ ਸਲਾਹ ਦੀ ਬਾਣੀ ਸੁਣੀ, ਰੱਬੀ ਗੁਣਾਂ ਨੂੰ ਸੁਣਿਆ, ਉਹਨਾਂ ਗੁਣਾਂ ਮੁਤਾਬਕ ਆਪਣੇ ਜੀਵਨ ਨੂੰ ਢਾਲ ਲਿਆ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਉਹਨਾਂ ਦੇ ਦੁੱਖ ਰੋਗ ਸੰਤਾਪ ਉਤਰ ਜਾਂਦੇ। ਅਗਲਾ ਬਚਨ ਕਰਦੇ ਨੇ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੰਤ ਸਾਜਨ ਭੈ ਸਰਸੇ, ਇਹਨੂੰ ਸਰਸੇ ਨਹੀਂ ਪੜਨਾ, ਇਹ ਸ਼ੁੱਧ ਸ਼ਬਦ ਹੈ ਸਰਸੇ, ਰਸ ਸਰਸ। ਜਿਵੇਂ ਸ਼ਬਦ ਨਾ ਪ੍ਰਸੰਨ, ਤੇ ਪ੍ਰਸੰਨ ਦੇ ਨਾਲ ਸੂ ਲੱਗ ਗਿਆ, ਸੁਪ੍ਰਸੰਨ, ਬਹੁਤ ਜ਼ਿਆਦਾ ਖੁਸ਼, ਪ੍ਰਸਿੱਧ, ਸੁਪ੍ਰਸਿੱਧ। ਇੱਥੇ ਹੈਗਾ ਰਸ ਸਰਸ, ਰਸੇ ਸਰਸੇ, ਰਸਦਾਇਕ, ਯਾਨੀ ਖੇਡ ਗਏ, ਉਹਨਾਂ ਦੇ ਮਨ ਖੁਸ਼ ਹੋ ਗਏ, ਰਸ ਆਨੰਦ ਭਰਪੂਰ ਹੋ ਗਏ। ਗੁਰੂ ਜੀ ਕਹਿੰਦੇ ਨੇ ਸੰਤ ਸਾਜਨ ਭੈ ਸਰਸੇ। ਸੰਤ ਸਾਜਨ ਦਾ ਮਤਲਬ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਪੂਰੇ ਗੁਰ ਤੇ ਜਾਣੀ, ਪੂਰੇ ਗੁਰੂ ਰਾਹੀਂ ਜੀਵਨ ਦੀ ਜੁਗਤ ਨੂੰ ਜਾਣ ਲਿਆ, ਪੂਰੇ ਗੁਰੂ ਰਾਹੀਂ ਪ੍ਰਭੂ ਪਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਨੂੰ ਜਾਣ ਲਿਆ, ਜਿਨ੍ਹਾਂ ਨੇ ਪੂਰੇ ਗੁਰੂ ਰਾਹੀਂ ਰੱਬ ਦੀ ਰਜ਼ਾ ਨੂੰ ਸਮਝ ਲਿਆ ਔਰ ਪੂਰੇ ਗੁਰੂ ਦੇ ਦਿੱਤੇ ਹੋਏ ਉਹ ਲਾਈਫ ਨੂੰ ਅਪਣਾ ਲਿਆ, ਉਹ ਗੁਰਮੁਖ ਪਿਆਰੇ ਰਸਦਾਇਕ ਹੋ ਗਏ। ਉਹਨਾਂ ਦੀ ਜ਼ਿੰਦਗੀ ਖੇਡ ਗਈ, ਉਹਨਾਂ ਦੇ ਜੀਵਨ ਵਿੱਚ ਖੇੜਾ ਆ ਗਿਆ, ਪ੍ਰਸੰਨਤਾ, ਆਨੰਦ, ਚੜ੍ਹਦੀ ਕਲਾ, ਸਕਾਰਾਤਮਕ ਸੋਚ। ਉਹਨਾਂ ਨੂੰ ਚਾਰ ਚਫੇਰੇ ਖੁਸ਼ੀਆਂ ਦਿਸਦੀਆਂ ਨੇ, ਉਹਨਾਂ ਨੂੰ ਚਾਰ ਚਫੇਰੇ ਪ੍ਰਸੰਨਤਾਵਾਂ ਦਿਸਦੀਆਂ ਨੇ, ਹਰ ਮੌਕਾ ਉਹਨਾਂ ਨੂੰ ਸਫਲਤਾ ਵਾਸਤੇ ਦਿਸਦਾ। ਉਹ ਇਸ ਸੰਸਾਰ ਨੂੰ ਵੇਖਦੇ ਨੇ, ਇਹ ਸੰਸਾਰ ਉਹਨਾਂ ਨੂੰ ਆਰਤੀ ਕਰਦਾ ਹੋਇਆ ਪ੍ਰਤੀਤ ਹੁੰਦਾ। ਪੰਛੀਆਂ ਦੇ ਅੰਦਰ, ਜੀਵ ਜਨਤਾ ਦੇ ਅੰਦਰ ਰੱਬ ਬੋਲਦਾ ਹੋਇਆ ਨਜ਼ਰੀ ਪੈਂਦਾ ਹੈ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ। ਉਹਨਾਂ ਨੂੰ ਆ ਵਿਸ਼ਵ, ਆ ਸੰਸਾਰ
ਰੱਬ ਦਾ ਰੂਪ ਨਜ਼ਰੀ ਪੈਂਦਾ ਹੈ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਜਿਨ੍ਹਾਂ ਨੇ ਪੂਰੇ ਗੁਰੂ ਤੋਂ ਇਹ ਗੱਲ ਨੂੰ ਜਾਣ ਲਿਆ, ਜਾਣਨ ਦਾ ਮਤਲਬ ਸਮਝ ਲਿਆ, ਇਸ ਚੀਜ਼ ਦੇ ਨਾਲ ਜਾਣ ਪਹਿਚਾਨ ਬਣਾ ਲਈ, ਉਹ ਗੁਰਮੁਖ ਪਿਆਰੇ ਇਸ ਰਸੇ ਦਾ ਮਤਲਬ ਰਸਦਾਇਕ ਹੋ ਗਏ। ਹੁਣ ਕਈ ਆ ਸਰਸੇ ਵਾਲੇ ਨੇ ਨਾ ਇੱਥੇ ਇਮੋਸ਼ਨਲ ਬਲੈਕਮੇਲ ਕਰਦੇ ਨੇ ਕਿ ਗੁਰੂ ਅਮਰਦਾਸ ਜੀ ਕਹਿ ਗਏ ਨੇ ਕਿ ਸੰਤ ਸੱਜਣ ਸਰਸੇ ਹੋਣਗੇ, ਇਸ ਕਰਕੇ ਸਰਸੇ ਵਾਲੇ ਨਾਲ ਜੁੜੋ। ਬੰਦਾ ਪੁੱਛੇ ਕਿ ਜੇ ਇਹਦਾ ਨਾਂ ਸਰਸੇ ਹੈ ਤੇ ਸਾਵਣ ਸਰਸੀ ਕਾਮਣੀ, ਉਹ ਸਰਸੀ ਕਿਹੜਾ ਸ਼ਹਿਰ ਕੋਈ ਹੈ? ਇਸ ਲਈ ਉਹਨੂੰ ਵੀ ਸਰਸੀ ਨਹੀਂ ਪੜਨਾ, ਉਹਨੂੰ ਵੀ ਸਰਸੀ ਪੜਨਾ ਹੈ। ਇਹਨੂੰ ਸਰਸੇ ਨਹੀਂ ਪੜਨਾ, ਸਰਸੇ ਪੜਨਾ ਹੈ। ਇੱਥੇ ਕਿਸੇ ਦੇਹਧਾਰੀ ਗੁਰੂ ਦੀ ਗੱਲ ਨਹੀਂ ਹੈ, ਸ਼ਬਦ ਗੁਰੂ ਦੀ ਗੱਲ ਹੈ। ਜਿਨ੍ਹਾਂ ਨੇ ਗੁਰੂ ਤੋਂ ਵੇ ਆਫ ਲਾਈਫ ਜਾਣ ਲਈ, ਗੁਰੂ ਤੋਂ ਸਿੱਖਿਆ ਲੈ ਲਈ, ਗੁਰੂ ਤੋਂ ਰੱਬੀ ਰਜਾ ਨੂੰ ਸਮਝ ਲਿਆ ਕਿ ਪੂਰੀ ਦੁਨੀਆ, ਪੂਰਾ ਸੰਸਾਰ ਰੱਬੀ ਰਜਾ ਦੇ ਅੰਦਰ ਕਰਮ ਕਰ ਰਿਹਾ ਹੈ, ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ, ਉਸ ਰਸੇ ਦਾ ਮਤਲਬ ਰਸਦਾਇਕ ਹੋ ਗਏ। ਉਹਨਾਂ ਦੀ ਜ਼ਿੰਦਗੀ ਅੰਦਰ ਖੁਸ਼ੀ ਪੈਦਾ ਹੋ ਗਈ, ਆਨੰਦ ਪੈਦਾ ਹੋ ਗਿਆ। ਅਖੀਰਲੇ ਬਚਨ ਕਰਦੇ ਨੇ, ਸੁਣਤੇ ਪੁਨੀਤ ਕਹਤੇ ਪਵਿੱਤ। ਜਿਹੜੇ ਵੀ ਰੱਬ ਦੀ ਸਿਫਤ ਸਲਾਹ ਨੂੰ ਸੁਣਦੇ ਨੇ, ਗੁਰੂ ਦੀ ਬਾਣੀ ਨੂੰ ਸੁਣਦੇ ਨੇ, ਗੁਰੂ ਦੀ ਸਿੱਖਿਆ ਨੂੰ ਸੁਣਦੇ ਨੇ, ਉਹ ਪੁਨੀਤ ਨੇ। ਸੁਣਤੇ ਪੁਨੀਤ ਕਹਤੇ ਪਵਿੱਤ, ਤੇ ਜਿਹੜੇ ਕਹਿਣ ਵਾਲੇ ਨੇ ਉਹ ਵੀ ਪਵਿੱਤਰ ਨੇ। ਯਾਨੀ ਜੋ ਰੱਬ ਦੀ ਸਿਫਤ ਸਲਾਹ ਕਹਿੰਦੇ ਨੇ ਜਾਂ ਸੁਣਦੇ ਨੇ, ਉਹ ਪਵਿੱਤਰ ਨੇ, ਉਹਨਾਂ ਦੇ ਹਿਰਦੇ ਪਵਿੱਤਰ ਹੋ ਜਾਂਦੇ ਨੇ। ਹੁਣ ਦੇਖੋ 2 ਮਿੰਟ ਵਾਸਤੇ ਜੇ ਅਸੀਂ ਵੀਰ ਭੈਣਾਂ ਜੋ ਅਸੀਂ ਵਿਚਾਰ ਕਰ ਰਹੇ ਹਾਂ, ਜੇ ਸਿਰਫ ਅਸੀਂ ਆਪਣੀ ਗੱਲ ਕਰੀਏ, ਤਾਂ ਜੇ ਮੈਂ ਹੁਣ ਗੁਰੂ ਦੀ ਪਾਵਨ ਬਾਣੀ ਦੀ ਗੱਲ ਕਰ ਰਿਹਾ, ਤਾਂ ਇਸ ਟਾਈਮ ਮੇਰਾ ਹਿਰਦਾ ਪਵਿੱਤਰ ਹੈ, ਕਿਉਂਕਿ ਮੇਰੀ ਸੋਚ ਵਿੱਚ, ਮੇਰੇ ਦਿਮਾਗ ਦੇ ਵਿੱਚ ਕੋਈ ਗੱਲ ਹੋਰ ਨਹੀਂ ਹੈ ਨਾ। ਮੈਂ ਜ਼ਬਾਨ ਤੇ ਗੁਰੂ ਦੀ ਪਾਵਨ ਬਾਣੀ ਹੈ, ਸੋਚ ਵਿੱਚ ਗੁਰੂ ਦੀ ਪਾਵਨ ਬਾਣੀ ਹੈ, ਤਾਂ ਇਸ ਵੇਲੇ ਮੇਰੇ ਬੋਲ, ਮੇਰਾ ਹਿਰਦਾ ਪਵਿੱਤਰ ਹੈ। ਤੁਸੀਂ ਮੇਰੀਆਂ ਭੈਣਾਂ ਔਰ ਵੀਰ ਸਾਰੇ ਗੁਰੂ ਦੀ ਬਾਣੀ ਸੁਣ ਰਹੇ ਹੋ, ਤਾਂ ਤੁਹਾਡੇ ਕੰਨਾਂ ਵਿੱਚ ਹੁਣ ਕੋਈ ਚੁਗਲੀ ਨਿੰਦਾ ਨਹੀਂ ਪੈ ਰਹੀ, ਇਸ ਲਈ ਤੁਹਾਡਾ ਇਸ ਟਾਈਮ ਹਿਰਦਾ ਪਵਿੱਤਰ ਹੈ, ਕਿਉਂਕਿ ਪਵਿੱਤਰ ਵਿਚਾਰ ਆ ਰਹੀ ਹੈ। ਤੇ ਜੇਕਰ ਬੰਦਾ ਹਰ ਵਕਤ ਜਦੋਂ ਵੀ ਬੋਲੇ ਸੱਚ ਬੋਲੇ, ਸਕਾਰਾਤਮਕ ਬੋਲ ਬੋਲੇ, ਗੁਣਾਂ ਦੀ ਗੱਲ ਕਰੇ, ਪਰਉਪਕਾਰ ਦੀ ਗੱਲ ਕਰੇ, ਤਾਂ ਉਹਦਾ ਹਿਰਦਾ ਹਰ ਵੇਲੇ ਪਵਿੱਤਰ ਰਹਿ ਜਾਏਗਾ। ਤੇ ਜੇ ਅਸੀਂ ਹਰ ਟਾਈਮ ਸੱਚ ਦੀ ਗੱਲ ਹੀ ਸੁਣੀਏ, ਚੁਗਲੀ ਨਿੰਦਾ ਝੂਠ ਫਰੇਬ ਨਾ ਸੁਣੀਏ, ਤਾਂ ਅਸੀਂ ਹਰ ਵੇਲੇ ਪਵਿੱਤਰ, ਯਾਨੀ ਸੁਣਨ ਵਾਲੇ ਔਰ ਕਹਿਣ ਵਾਲੇ ਦਾ ਹਿਰਦਾ, ਉਹਦਾ ਜੀਵਨ ਪਵਿੱਤਰ ਹੋ ਜਾਂਦਾ ਹੈ, ਜੋ ਮਨ ਕਰਕੇ ਸੁਣਦਾ। ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਉਹਨਾਂ ਨੂੰ ਕਿਉਂ ਐਸਾ ਹੁੰਦਾ ਹੈ? ਸਤਿਗੁਰ ਰਹਿਆ ਭਰਪੂਰੇ, ਭਰਪੂਰੇ ਦਾ ਮਤਲਬ ਪਰਿਪੂਰਨ। ਉਹਨਾਂ ਨੂੰ ਸਤਿਗੁਰ ਹਰ ਥਾਂ ਤੇ ਪਰਿਪੂਰਨ ਦਿਸਦਾ ਹੈ। ਉਹ ਗੁਰੂ ਨੂੰ ਦੂਰ ਨਹੀਂ ਸਮਝਦੇ, ਉਹ ਗੁਰੂ ਨੂੰ ਸਦਾ ਅੰਗ ਸੰਗ ਸਮਝਦੇ ਨੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਕਿਉਂਕਿ ਗੁਰੂ ਦਾ ਗਿਆਨ ਹਮੇਸ਼ਾ ਉਹਨਾਂ ਦੀ ਮੈਂਟੈਲਿਟੀ ਵਿੱਚ ਹੈ, ਉਹਨਾਂ ਦੀ ਸੋਚ ਵਿੱਚ ਹੈ। ਤੇ ਯਾਦ ਰੱਖਣਾ, ਜਿਨ੍ਹਾਂ ਦੀ ਸੁਰਤ ਦੇ ਅੰਦਰ ਗੁਰੂ ਦੀ ਪਾਵਨ ਬਾਣੀ, ਗੁਰੂ ਦੀ ਦਿੱਤਾ ਵੇ ਆਫ ਲਾਈਫ ਹੈ, ਜਿਨ੍ਹਾਂ ਦੀ ਸੁਰਤ ਦੇ ਅੰਦਰ ਗੁਰੂ ਦੇ ਸਿਧਾਂਤ ਨੇ, ਉਹ ਕੋਈ ਗਲਤ ਕੰਮ ਕਰਨਗੇ ਨਹੀਂ, ਕਦੇ ਵੀ ਨਹੀਂ ਕਰਨਗੇ, ਕਿਉਂਕਿ ਗੁਰੂ ਉਹਨਾਂ ਦੇ ਹਰ ਵਕਤ ਨਾਲ ਹੈ। ਜੇ ਉਹਨਾਂ ਦੇ ਅੰਦਰ ਬੁਰਾਈ ਦਾ ਕੋਈ ਵਿਚਾਰ ਪੈਦਾ ਹੋਏਗਾ, ਤੇ ਗੁਰੂ ਦੀ ਪਾਵਨ ਬਾਣੀ ਦੀ ਅੰਦਰੋਂ ਆਵਾਜ਼ ਆਏਗੀ ਕਿ ਭਲਾ ਬੁਰਾ ਕੰਮ ਨਾ ਕਰ, ਈਰਖਾ ਨਾ ਕਰ, ਮਾੜੀ ਨਜ਼ਰ ਦੇ ਨਾਲ ਨਾ ਤੱਕ, ਚੋਰੀ ਨਾ ਕਰ। ਅੰਦਰੋਂ ਆਵਾਜ਼ ਆਏਗੀ, ਚੋਰ ਕੀ ਹਾਮਾ ਪਰੇ ਨਾ ਕੋਈ। ਤਾਂ ਉਹ ਸਤਿਗੁਰ ਨੂੰ ਕਿਉਂਕਿ ਪਰਿਪੂਰਨ ਜਾਣਦੇ ਨੇ, ਗੁਰੂ ਨੂੰ ਆਪਣੇ ਅੰਗ ਸੰਗ ਵੇਖਦੇ ਨੇ, ਗੁਰੂ ਦਾ ਗਿਆਨ, ਗੁਰੂ ਦਾ ਸ਼ਬਦ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਦਿੱਤਾ ਵੇ ਆਫ ਲਾਈਫ ਉਹਨਾਂ ਦੀ ਸੁਰਤ ਦੇ ਅੰਦਰ ਵਸਿਆ ਹੋਇਆ ਹੈ। ਇਸ ਕਰਕੇ ਉਹ ਸੁਣਨ ਕਹਿਣ ਵਾਲੇ ਪਵਿੱਤਰ ਨੇ, ਔਰ ਗੁਰੂ ਨੂੰ ਉਹ ਅੰਗ ਸੰਗ ਜਾਣਦੇ ਨੇ। ਹੁਣ ਇੱਥੇ ਖੁਸ਼ੀ ਦਾ ਸਾਧਨ ਇਹ ਹੈ ਕਿ ਜਿਹੜਾ ਗੁਰੂ ਨੂੰ ਅੰਗ ਸੰਗ ਜਾਣੇਗਾ, ਉਹਦੀ ਜ਼ਿੰਦਗੀ ਵਿੱਚ ਆਨੰਦ ਪੈਦਾ ਹੋ ਜਾਏਗਾ। ਤੇ ਇਹ ਦੇਖੋ ਸਿੰਪਲ ਗੱਲ ਹੈ, ਸਧਾਰਨ ਗੱਲ ਹੈ, ਸੌਖੀ ਗੱਲ ਹੈ। ਅੰਗ ਸੰਗ ਅਸੀਂ ਜਾਣ ਸਕਦੇ ਹਾਂ। ਗੁਰੂ ਨੂੰ ਅੰਗ ਸੰਗ ਦਾ ਮਤਲਬ ਕੀ ਹੈ? ਚੀਜ਼ ਸਮਝਣ ਵਾਲੀ ਹੈ। ਅੰਗ ਦਾ ਮਤਲਬ ਸਾਡੇ ਬੋਡੀ ਦਾ ਪਾਰਟ, ਸੰਗ ਦਾ ਮਤਲਬ ਨਾਲ। ਹੁਣ ਅੱਖ ਮੇਰਾ ਅੰਗ ਹੈ, ਤੇ ਜੇ ਮੇਰਾ ਗੁਰੂ ਸੰਗ ਹੋਵੇ, ਮੇਰੇ ਹਿਰਦੇ ਵਿੱਚ ਵਸਦਾ ਹੋਵੇ, ਤਾਂ ਮੈਂ ਅੱਖਾਂ ਦੇ ਨਾਲ ਕਿਵੇਂ ਵੇਖਾਂਗਾ? ਕਿਸੇ ਨੂੰ ਆਪਣੇ ਪਰਾਏ ਦੇ ਵਿਤਕਰੇ ਨਾਲ ਨਹੀਂ ਤੱਕਾਂਗਾ।
कि गुरु किसी रब किसी औरत नूं माड़ी नज़र नाल तके? जद मेरी अख दे नाल अंग दे नाल रब संग होएगा तां मेरा नज़रिया रब वर्गा होएगा। जे मेरे कन्नां दे नाल मैं रब नूं समझना ना कि कंन मेरे रब अंग संग है, तां रब कदे चुगली निंदा नहीं सुणदा। जे मैं अंगां दे नाल हत्थां दे नाल रब होएगा ते मेरे कर्म रब वर्गे होणगे। इहनूं कहंदे ने अंग संग। हुण साडे अंग संग की है? ਜ਼ਬਾਨ साडा अंग है। इस अंग दे संग तुसीं किहनूं रखना चाहुंदे हो? झूठ नूं, निंदा नूं, चुगली नूं, ईरखा नूं, नैगेटिव बोਲਾਂ ਨੂੰ, ਜਾਂ ਕਿ ਤੁਸੀਂ ਇਸ ਅੰਗ ਦੇ ਨਾਲ ਸੰਗ ਜਿਹੜਾ ਹੈ ਕਰਨਾ ਚਾਹੁੰਦੇ ਹੋ ਸੱਚ ਦਾ, ਦਇਆ ਦਾ, ਪ੍ਰੇਮ ਦਾ, ਪੋਜ਼ਿਟਿਵ ਥਿੰਕਿੰਗ ਦਾ, ਸਕਾਰਾਤਮਕ ਸੋਚ ਦਾ। ਇਹ ਹੁਣ ਤੁਹਾਡੀ ਮਰਜ਼ੀ ਹੈ, ਮੇਰੀ ਮਰਜ਼ੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੇ ਪਿਆਰੇ ਨੇ ਉਹ ਗੁਰੂ ਨੂੰ ਅੰਗ ਸੰਗ ਜਾਣਦੇ ਨੇ। ਕਹਿਣ ਔਰ ਸੁਣਨ ਵਾਲੇ ਪਵਿੱਤਰ ਹੋ ਜਾਂਦੇ ਨੇ। ਸਤਿਗੁਰੂ ਉਹਨਾਂ ਨੂੰ ਹਰ ਥਾਂ ਤੇ ਨਜ਼ਰ ਨਹੀਂ ਪੈਂਦਾ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਹੇ ਮਾਲਕ ਪ੍ਰਭੂ ਮੈਂ ਤੇਰੇ ਚਰਨਾਂ ਤੇ ਬੇਨਤੀ ਕਰਦਾ ਕਿ ਜਿਹੜੇ ਲੋਕ ਗੁਰੂ ਦੇ ਚਰਨੀ ਲੱਗ ਜਾਂਦੇ ਨੇ, ਗੁਰ ਚਰਨ ਲਾਗੇ ਦਾ ਮਤਲਬ ਜੋ ਗੁਰੂ ਦੇ ਚਰਨਾਂ ਤੇ ਲੱਗ ਗਏ। ਗੁਰੂ ਦੇ ਚਰਨਾਂ ਤੇ ਲੱਗਣ ਦਾ ਮਤਲਬ ਕੇਵਲ ਮੱਥਾ ਟੇਕਣਾ ਨਹੀਂ ਹੈ। ਮੱਥਾ ਟੇਕਣਾ ਪਹਿਲਾ ਕਰਮ ਹੈ, ਪਹਿਲਾ ਕਦਮ ਹੈ। ਮੱਥਾ ਟੇਕਣ ਦਾ ਭਾਵ ਇਹ ਹੈ ਕਿ ਸਤਿਗੁਰੂ ਜੀ ਮੈਂ ਪ੍ਰਤਿਗਿਆ ਕਰਦਾ ਹਾਂ ਕਿ ਜੋ ਆਪ ਦੀ ਪਾਵਨ ਬਾਣੀ ਦੇ ਅੰਦਰ ਸਿਧਾਂਤ ਨੇ ਉਸ ਗਿਆਨ ਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਦਾ। ਇਹ ਪ੍ਰੋਮਿਸ ਹੈ। ਮੱਥਾ ਟੇਕਣ ਦਾ ਮਤਲਬ ਅਸੀਂ ਪ੍ਰੋਮਿਸ ਕਰ ਰਹੇ ਹਾਂ। ਗੁਰ ਚਰਨ ਲਾਗੇ ਦਾ ਮਤਲਬ ਹੈ ਕਿ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜ ਦੇਣਾ। ਸੁਰਤ ਸ਼ਬਦ ਭਵਸਾਗਰ ਤਰੀਏ ਨਾਨਕ ਨਾਮ ਵਖਾਣੈ। ਸੁਰਤ ਦਾ ਮਤਲਬ ਸਾਡੀ ਮੈਂਟੈਲਿਟੀ, ਸ਼ਬਦ ਦਾ ਮਤਲਬ ਗੁਰੂ ਦੀ ਵਿਚਾਰਧਾਰਾ। ਜਿਨ੍ਹਾਂ ਦੀ ਸੋਚ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜ ਗਈ, ਇੱਕਮਿਕ ਹੋ ਗਈ, ਉਹ ਇਸ ਸੰਸਾਰ ਸਾਗਰ ਤੋਂ ਵਿਕਾਰਾਂ ਤੋਂ ਤਰ ਗਏ। ਤਾਂ ਬਿਨਵੰਤ ਨਾਨਕ ਗੁਰ ਚਰਨ ਲਾਗੇ, ਜਿਨ੍ਹਾਂ ਦੀ ਸੁਰਤ ਗੁਰੂ ਦੇ ਉਪਦੇਸ਼ ਦੇ ਨਾਲ ਜੁੜ ਗਈ, ਜੋ ਗੁਰੂ ਦੇ ਸ਼ਬਦ ਦੇ ਨਾਲ ਲੱਗ ਗਏ, ਜਿਨ੍ਹਾਂ ਨੇ ਗੁਰੂ ਸਿਧਾਂਤ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲਿਆ। ਵਾਜੇ ਅਨਹਦ ਤੂਰੇ, ਤੂਰੇ ਦਾ ਮਤਲਬ ਵਾਜੇ, ਅਨਹਦ ਦਾ ਮਤਲਬ ਲਗਾਤਾਰ। ਉਹਨਾਂ ਦੇ ਅੰਦਰ ਲਗਾਤਾਰ ਫਿਰ ਆਨੰਦ ਦੇ ਵਾਜੇ ਵੱਜਦੇ ਨੇ। ਉਹਨਾਂ ਦੇ ਅੰਦਰ ਸ਼ਬਦ ਦਾ ਵਾਜਾ ਹਰ ਵਕਤ ਵੱਜਦਾ ਹੈ, ਪ੍ਰਭਾਵ ਪਿਆ ਰਹਿੰਦਾ ਹੈ। ਹੁਣ ਇੱਥੇ ਵਾਜਾ ਮਤਲਬ ਵੱਜਣ ਦਾ ਮਤਲਬ ਕਦੇ ਨਹੀਂ ਹੈ ਕਿ ਅੰਦਰ ਬੰਸਰੀ ਉਹਨਾਂ ਦੇ ਵੱਜਦੀ ਹੈ ਜਾਂ ਅੰਦਰੋਂ ਢੋਲਕ ਦੀ ਆਵਾਜ਼ ਆਉਂਦੀ ਹੈ ਜਾਂ ਛੈਣਿਆਂ ਦੀ ਆਵਾਜ਼ ਆਉਂਦੀ ਹੈ। ਇੱਥੇ ਉਹਨਾਂ ਵਾਜਿਆਂ ਦੀ ਗੱਲ ਨਹੀਂ ਹੈ। ਹੁਣ ਦੇਖੋ, ਵਾਜਾ ਹਰ ਬੰਦੇ ਦੇ ਅੰਦਰ ਵੱਜ ਰਿਹਾ ਹੈ। ਕਿਸੇ ਦੇ ਅੰਦਰ ਕਾਮ ਦਾ ਵਾਜਾ ਵੱਜਦਾ ਹੈ, ਕਿਸੇ ਦੇ ਅੰਦਰ ਕ੍ਰੋਧ ਦਾ ਵਾਜਾ ਵੱਜਦਾ ਹੈ, ਲੋਭ ਦਾ ਵਾਜਾ ਵੱਜਦਾ ਹੈ, ਹੰਕਾਰ ਦਾ ਵਾਜਾ ਵੱਜਦਾ ਹੈ। ਯਾਨੀ ਇਹਨਾਂ ਚੀਜ਼ਾਂ ਦਾ ਪ੍ਰਭਾਵ ਪਿਆ ਰਹਿੰਦਾ ਹੈ। ਤੇ ਜਿਹੜੇ ਗੁਰੂ ਦੇ ਚਰਨਾਂ ਤੇ ਲੱਗ ਜਾਂਦੇ ਨੇ, ਉਹਨਾਂ ਦੇ ਅੰਦਰ ਇਹ ਵਿਕਾਰਾਂ ਦੇ ਵਾਜੇ ਨਹੀਂ ਵੱਜਦੇ। ਉਹਨਾਂ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬਿਆਂ ਦੇ ਵਾਜੇ ਵੱਜਦੇ ਨੇ। ਉਹਨਾਂ ਦੇ ਅੰਦਰ ਹਮੇਸ਼ਾ ਗੁਰਮਤ ਦਾ ਪ੍ਰਭਾਵ ਹੁੰਦਾ ਹੈ, ਸੱਚ ਦਾ ਪ੍ਰਭਾਵ ਹੁੰਦਾ ਹੈ। ਉਹ ਹਮੇਸ਼ਾ ਸਚਿਆਰਤਾ ਦੇ ਰਾਸਤੇ ਤੇ ਤੁਰਦੇ ਨੇ ਔਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਦੇ ਵਾਜੇ ਵੱਜਦੇ ਨੇ। ਉਹ ਹਮੇਸ਼ਾ ਖੁਸ਼ ਨੇ, ਆਨੰਦਿਤ ਨੇ, ਪ੍ਰਸੰਨ ਨੇ, ਚੜ੍ਹਦੀ ਕਲਾ ਵਿੱਚ ਨੇ। ਤਾਂ ਮੈਂ ਥੋੜੇ ਰੂਪ ਦੇ ਅੰਦਰ ਫਿਰ ਬਿਆਨ ਕਰਦਿਆਂ, ਆਨੰਦ ਕੀ ਹੈ? ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਆਨੰਦ ਉਸ ਅਵਸਥਾ ਦਾ ਨਾਮ ਹੈ ਜਿੱਥੇ ਆਸ਼ਾ ਤ੍ਰਿਸ਼ਨਾ ਆਦਿਕ ਜਾ ਕੇ ਬਿਲਕੁਲ ਮੁੱਕ ਜਾਂਦੀਆਂ ਨੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਆਨੰਦ ਉਸ ਅਵਸਥਾ ਦਾ ਨਾਮ ਹੈ ਜਿੱਥੇ ਬੰਦਾ ਰੱਬ ਦੇ ਅੰਦਰ ਲੀਨ ਹੋ ਕੇ ਰੱਬ ਦਾ ਰੂਪ ਹੋ ਜਾਂਦਾ ਹੈ। ਉਦੋਂ ਫਿਰ ਇਹਦੇ ਅੰਦਰੋਂ ਝੋਰੇ, ਕਾੜੇ, ਅੰਦੇਸ਼ੇ ਮੁੱਕ ਜਾਂਦੇ ਨੇ। ਜਦੋਂ ਗੁਰੂ ਦੀ ਕੋਈ ਸਿਫਤ ਸਲਾਹ ਦੀ ਪਾਵਨ ਬਾਣੀ ਨੂੰ ਸੁਣਦਾ ਹੈ, ਮੰਨਦਾ ਹੈ, ਤਾਂ ਉਹਦੇ ਦੁੱਖ, ਰੋਗ, ਸੰਤਾਪ ਉਤਰ ਜਾਂਦੇ ਨੇ। ਔਰ ਇਹ ਗੱਲ ਉਹਨਾਂ ਨੇ ਜਾਣੀ ਹੈ, ਸਮਝੀ ਹੈ, ਜਿਨ੍ਹਾਂ ਨੇ ਗੁਰੂ ਤੋਂ ਇਸ ਚੀਜ਼ ਨੂੰ ਸਮਝਿਆ ਹੈ। ਉਹ ਗੁਰਮੁਖ ਪਿਆਰੇ ਸਰਸੇ ਦਾ ਮਤਲਬ ਸਹਿਤ ਰਸਤੇ ਹੋ ਜਾਂਦੇ ਨੇ। ਆਨੰਦਮਈ ਉਹਨਾਂ ਦਾ ਜੀਵਨ ਹੋ ਜਾਂਦਾ ਹੈ। ਕਹਿਣ ਔਰ ਸੁਣਨ ਵਾਲੇ ਪਾਵਨ ਔਰ ਪਵਿੱਤਰ ਹੋ ਜਾਂਦੇ ਨੇ। ਇਹ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਅੰਦਰ ਹੈ। ਉਹਨਾਂ ਲੋਕਾਂ ਨੂੰ ਗੁਰੂ ਹਮੇਸ਼ਾ ਹਰ ਥਾਂ ਦੇ ਉੱਤੇ ਨਜ਼ਰੀ ਪੈਂਦਾ ਹੈ। ਭਾਵ ਕਿ ਜੀਵਨ ਦਾ ਹਰ ਕਰਮ ਉਹ ਗੁਰੂ ਦੀ ਹਜ਼ੂਰੀ ਵਿੱਚ ਕਰਦੇ ਨੇ।
ਜਦੋਂ ਬੰਦਾ ਇਹੋ ਜਿਹੀ ਜ਼ਿੰਦਗੀ ਬਣਾ ਲੈਂਦਾ ਹੈ ਤਾਂ ਉਦੋਂ ਉਹਦੇ ਅੰਦਰ ਹਮੇਸ਼ਾ ਸੁੱਖਾਂ ਦੇ, ਖੁਸ਼ੀ ਦੇ, ਆਨੰਦ ਦੇ, ਗੁਰੂ ਦੇ ਉਪਦੇਸ਼ ਦੇ ਵਾਜੇ ਵੱਜਦੇ ਰਹਿੰਦੇ ਨੇ। ਭਾਵ ਉਹਦੇ ਅੰਦਰ ਚੜ੍ਹਦੀ ਕਲਾ ਬਣੀ ਰਹਿੰਦੀ ਹੈ, ਉਹਦੇ ਜੀਵਨ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ। ਤੇ ਇਹੋ ਜਿਹਾ ਆਨੰਦਮਈ ਜੀਵਨ ਦੁਨੀਆ ਦਾ ਹਰ ਇਨਸਾਨ ਜੀ ਸਕਦਾ ਹੈ। ਜੋ ਵੀ ਗੁਰੂ ਦੀ ਇਸ ਪਾਵਨ ਬਾਣੀ ਮੁਤਾਬਕ ਜੀਵੇਗਾ ਉਹ ਇਸ ਆਨੰਦ ਨੂੰ ਮਾਣ ਸਕਦਾ ਹੈ। ਇਹ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਅੰਦਰ ਮੌਜੂਦ ਹੈ। ਤਾਂ ਮੈਂ ਇੱਥੇ ਖਿਮਾ ਦਾ ਜਾਚਕ ਹਾਂ।